असलामुअलैकुम जफर भाई ऑफिशियल ਦੇ ਨਾਲ ਹਾਜ਼ਰ ਖਿਦਮਤ। ਅੱਜ ਜਨਾਬ ਤੁਹਾਡੇ ਵਾਸਤੇ ਇੱਕ ਬੜਾ ਬਿਹਤਰੀਨ ਜਿਹਾ ਬੜਾ ਖੂਬਸੂਰਤ ਜਿਹਾ ਕਿੱਸਾ ਲੈ ਕੇ ਆਇਆ ਕਿ ਆਖਰ ਯੂਸਫ ਖਾਨ ਸਾਹਿਬ ਜਿਹੜੇ ਮਾਪ ਦੇ ਚੇਅਰਮੈਨ ਰਹੇ ਆ 30-35 ਸਾਲ, ਸੁਲਤਾਨ ਰਾਹੀ ਨਾਲ ਕੀ ਐਸੀ ਐਲਰਜੀ ਸੀ ਜਿਹਦੀ ਵਜ੍ਹਾ ਤੋਂ ਅਕਸਰ ਔਕਾਤ ਉਹ ਉਹਨਾਂ ਤੋਂ ਤਕਰੀਬਨ ਨਫ਼ਰਤ ਕਰਦੇ ਸੀ ਔਰ ਹਮੇਸ਼ਾ ਰਾਹੀ ਨੂੰ ਤੋਂ ਦੂਰ ਰਹਿਣਾ ਪਸੰਦ ਕਰਦੇ ਸੀ। ਔਰ ਰਾਹੀ ਦੀ ਕਿਹੜੀ ਐਸੀ ਗਲਤੀ ਸੀ ਜਿਹਦੀ ਵਜ੍ਹਾ ਤੋਂ ਯੂਸਫ ਖਾਨ ਨੇ ਇਹ ਗੱਲ ਕੀਤੀ ਕਿ ਯਾਰ ਗੱਲ ਸੁਣੋ, ਇਹਦਾ ਪਹਿਲੇ ਤਸਵੀਰਾਂ ਬਣਵਾ ਲਓ, ਇਹਦਾ ਜੋ ਕਰਨਾ ਕਰ ਲਓ, ਸਾਨੂੰ ਛੱਡ ਦਿਓ। ਆਖਰ ਕਿਉਂ ਇੰਨੀ ਚਿੜ ਸੀ, ਵਜ੍ਹਾ ਕੀ ਸੀ ਔਰ ਕਿਆ ਉਹ ਹਾਲਾਤ ਸੀ ਜਾਂ ਉਹ ਸੁਪਰਸਟਾਰ ਸੀ ਸੁਲਤਾਨ ਰਾਹੀ ਜਿਹਦੀ ਵਜ੍ਹਾ ਤੇ ਸਾਰਾ ਮਾਮਲਾ ਸਾਰੇ ਪੇਸ਼ ਆ ਰਹੇ ਸੀ। ਲਓ ਜੀ, ਆਪਾਂ ਇਹ 'ਤੇ ਗੱਲਬਾਤ ਕਰਨੀ ਹੈ, ਇਹੀ ਗੱਲ ਕਰਨ ਵਾਸਤੇ ਆਇਆ। ਚਲੋ ਜੀ, ਆਪਣਾ ਕਿੱਸਾ ਔਰ ਵਾਕਿਆ ਸ਼ੁਰੂ ਕਰਨ ਤੋਂ ਪਹਿਲੇ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਸ਼ੇਅਰ ਕਰ ਲਓ ਤਾਂ ਕਿ ਆਪਾਂ ਆਪਣੇ ਕਿੱਸੇ ਵੱਲ ਜਾ ਸਕੀਏ। ਹਾਂਜੀ ਜਨਾਬ, ਤੁਹਾਨੂੰ ਪਤਾ ਤਾਂ ਹੈ ਵਾ ਕਿ ਇੱਕ ਦੌਰ ਸੀ ਕਿ ਫਿਲਮ ਇੰਡਸਟਰੀ ਦੇ ਅੰਦਰ ਕਿ ਜਿਹੜਾ ਨਾ ਸਦੀਰ ਐਕਸ਼ਨ ਹੀਰੋ ਦੇ ਬੇਸ 'ਤੇ ਮੈਂ ਗੱਲ ਕਰ ਰਿਹਾ। ਵੈਸੇ ਕਰ ਇਸ ਤੋਂ ਪਹਿਲੇ ਵੀ ਕੰਮ ਹੋਇਆ ਕਿ ਐਕਸ਼ਨ ਫਿਲਮਾਂ ਦੀ ਦੁਨੀਆ 'ਚ, ਪੰਜਾਬੀ ਐਕਸ਼ਨ ਦੀ ਦੁਨੀਆ 'ਚ ਸਦੀਰ ਸਾਹਿਬ ਜਿਹੜੇ ਸੀ ਉਹ ਪਹਿਲੇ ਹੀਰੋ ਜਿਹੜੇ ਆ ਨਾ ਜੰਗਜੂ ਉਹ ਤਸੱਵਰ ਕੀਤੇ ਜਾਂਦੇ ਆ। ਉਸ ਤੋਂ ਬਾਅਦ ਫਿਰ ਹੋਰ ਵੀ ਹੀਰੋ ਆਏ, ਜਿਸ ਤਰ੍ਹਾਂ ਕਿ ਤੁਸੀਂ ਕਹਿ ਸਕਦੇ ਹੋ ਯੂਸਫ ਖਾਨ ਔਰ ਆਪਣਾ ਕੀ ਉਹਦਾ ਨਾਮ ਇਜਾਜ਼ ਦੁਰਾਨੀ ਸਾਹਿਬ, ਔਰ ਫਿਰ ਇਸ ਤੋਂ ਇਲਾਵਾ ਹੋਰ ਵੀ ਹੈ। ਲੇਕਿਨ ਐਕਸ਼ਨ ਦੀ ਦੁਨੀਆ 'ਚ ਜਿਹੜਾ ਸੀ ਨਾ ਉਹ ਸਦੀਰ ਔਰ ਯੂਸਫ ਖਾਨ ਜਿਹੜਾ ਸੀ ਨਾ ਸਰੇ ਫਹਿਰਤ ਸੀ। ਔਰ ਇਹਨਾਂ ਦੇ ਦਰਮਿਆਨ ਹੀ ਫਿਰ ਇੱਕ ਐਸਾ ਹੀਰੋ ਆਇਆ ਜਿਸ ਹੀਰੋ ਦੀ ਵਜ੍ਹਾ ਤੋਂ ਇਹ ਜਿਹੜੇ ਦੋਨੇ ਸੀ ਨਾ ਇਹਨਾਂ ਦੇ ਇਮੇਜ 'ਚ ਥੋੜ੍ਹਾ ਜਿਹਾ ਫਰਕ ਪਿਆ। ਔਰ ਉਹ ਕਿਹੜਾ ਹੀਰੋ ਸੀ? ਉਹ ਸੀ ਇਕਬਾਲ ਹਸਨ ਸਾਹਿਬ। ਇਕਬਾਲ ਹਸਨ ਦੇ ਆਉਣ ਦੇ ਨਾਲ ਸਮਝ ਲਵੋ ਕਿ ਉਹ ਜਿਹੜੀ ਇਸ ਇੰਡਸਟਰੀ ਸੀ ਨਾ ਔਰ ਉਸ ਵਕਤ ਇਹਨਾਂ ਸਾਰਿਆਂ ਦੀ ਜਿਹੜੀ ਔਰ ਚਮਕ ਸੀ ਉਹਨੂੰ ਥੋੜ੍ਹਾ ਫਰਕ ਪਿਆ। ਚੱਲਦੇ ਰਹੇ, ਬਹਰਹਾਲ ਹੁੰਦਾ ਰਿਹਾ ਸਾਰੇ ਮਾਮਲਾ। ਫਿਲਮ ਇੰਡਸਟਰੀ ਜਿਹੜੀ ਸੀ ਉਹ ਠੀਕ ਚੱਲਦੀ ਰਹੀ। ਉਸ ਇੰਡਸਟਰੀ ਦੇ ਅੰਦਰ ਇੱਕ ਐਸਾ ਮਜ਼ਲੂਮ ਔਰ ਐਸਾ ਆਸ਼ਕ ਕਿਸਮ ਦਾ ਆਦਮੀ ਕਿ ਜਿਹਨੂੰ ਉਸ ਇੰਡਸਟਰੀ ਨਾਲ ਲਗਾਓ ਸੀ, ਇਸ਼ਕ ਦੀ ਇੰਤਹਾ ਸੀ, ਮੁਹੱਬਤ ਬਹੁਤ ਜ਼ਿਆਦਾ ਸੀ, ਲੇਕਿਨ ਸ਼ਾਇਦ ਉਹ ਆਪਣੇ ਚਿਹਰੇ ਨੂੰ ਇਸ ਕਾਬਲ ਨਹੀਂ ਸੀ ਸਮਝਦਾ ਕਿ ਯਾਰ ਮੈਨੂੰ ਕੌਣ ਭਲਾ, ਮੈਨੂੰ ਤਾਂ ਕੋਈ ਫਿਲਮ ਦੇ ਅੰਦਰ ਨਹੀਂ ਰੱਖਦਾ ਤੇ ਮੈਂ ਹੀਰੋ ਜਾਂ ਅੱਛੇ ਕਿਰਦਾਰ 'ਚ ਕਿਸ ਤਰ੍ਹਾਂ ਆ ਸਕਦਾ। ਲੇਕਿਨ ਉਸ ਆਦਮੀ ਨੇ ਜੱਦੋ ਜਹਿਦ ਨਹੀਂ ਛੋੜੀ। ਜੱਦੋ ਜਹਿਦ ਦੀ ਜਿਹੜੀ ਸੀ ਨਾ ਇੰਤਹਾ ਤੱਕ ਲੱਗਾ ਰਿਹਾ ਤੇ ਇਹ ਕਹਿ ਸਕਦੇ ਹਾਂ ਕਿ ਅੱਲਾਹ ਪਾਕ ਨੇ ਜਿਹੜੀ ਸੀ ਉਹ ਜੱਦੋ ਜਹਿਦ ਔਰ ਅੱਲਾਹ ਪਾਕ ਨਾਲ ਜਿਹੜੀ ਉਸ ਬੰਦੇ ਦੀ ਕੁਰਬਤ ਸੀ ਨਾ ਬਸ ਉਹੀ ਸਾਹਮਣੇ ਆਈ ਆ ਤੇ ਸਾਰੇ ਪਿੱਛੇ ਰਹਿ ਗਏ। ਫਿਰ ਤੁਸੀਂ ਦੇਖਿਆ ਹੀ ਆ ਕਿ ਹਾਲਾਤ ਬੜੇ ਅੱਛੇ ਰਹੇ ਆ। ਸੁਲਤਾਨ ਰਾਹੀ ਦੀ ਫੌਤਗੀ ਤੱਕ ਨਾ ਕੋਈ ਪਹਿਲਾ ਹੀਰੋ ਅੱਗੇ ਆ ਸਕਿਆ, ਨਾ ਨਵਾਂ ਹੀ ਕੋਈ ਕੰਮ ਕਰ ਸਕਿਆ। ਹੱਤਾ ਕਿ ਇਹ ਦੌਰ ਰਿਹਾ ਵਾ ਕਿ ਜਿਸ ਬੋਰਡ ਦੇ ਉੱਤੇ, ਜਿਸ ਪੋਸਟਰ ਤੇ ਵੱਡੇ ਤੇ ਸੁਲਤਾਨ ਰਾਹੀ ਦਾ ਨਾਮ ਔਰ ਫੋਟੋ ਨਹੀਂ ਹੈ ਤੇ ਲੋਕ ਕਹਿੰਦੇ ਸੀ ਇਹਦੇ ਅੰਦਰ ਜਾਣ ਦਾ ਫਾਇਦਾ ਹੀ ਕੋਈ ਨਹੀਂ, ਛੱਡੋ ਪਰੇ ਯਾਰ। ਚਲੋ ਜੀ, ਇਹ ਤੇ ਸੀ ਨਾ ਮੁਖਤਸਰ ਜਿਹਾ ਤਾਰਫ। ਹੁਣ ਆਪਾਂ ਤੁਹਾਨੂੰ ਉਹ ਵਾਕਿਆ ਸੁਣਾਉਣਾ। ਵਾਕਿਆ ਜਨਾਬ ਇਹੀ ਆ ਕਿ ਨਫ਼ਰਤ ਦੀ ਕੀ ਵਜ੍ਹਾ ਸੀ, ਉਹ ਬੇਸ ਕੀ ਐਸੀ ਬਣਾਈ ਗਈ ਸੀ, ਕਿਆ ਰਾਹੀ ਇਸ ਕਾਬਲ ਨਹੀਂ ਸੀ? ਹਾਂਜੀ ਬਿਲਕੁਲ, ਇਹ ਬੰਦਾ ਕਹਿ ਸਕਦਾ ਵਾ ਇਹ ਸ਼ਾਇਦ ਯੂਸਫ ਖਾਨ ਸਾਹਿਬ ਦਾ ਕਸੂਰ ਨਹੀਂ, ਕਿਸੇ ਦੂਸਰੇ ਦਾ ਕਸੂਰ ਨਹੀਂ। ਕੋਈ ਵੀ ਉੱਥੇ ਜਗ੍ਹਾ ਉਸ ਜਗ੍ਹਾ ਤੇ ਹੁੰਦਾ ਨਾ ਤੇ ਉਹ ਇਹੀ ਸਲੂਕ ਕਰਦਾ। ਕਿਉਂ? ਉਹ ਉਸ ਵਕਤ ਦੇ ਮਸ਼ਹੂਰ ਹੀਰੋ ਤੇ ਸੁਲਤਾਨ ਰਾਹੀ ਸਾਹਿਬ ਉਦੋਂ ਬਿਲਕੁਲ ਇੱਕ ਐਕਸਟਰਾ ਦੇ ਤੌਰ ਦੇ ਉੱਤੇ ਛੋਟੇ ਮੋਟੇ ਮਾਰ ਖਾਣ ਵਾਲਿਆਂ 'ਚ ਤੇ ਫਾਈਟਰ 'ਚ ਐਵੇਂ ਇੱਕ ਅੱਧਾ ਸੀਨ ਕਰਨਾ ਤੇ ਰੋਟੀ ਆਪਣੇ ਗੁਜ਼ਰ ਬਸਰ ਜਿਹੜੀ ਸੀ ਨਾ ਉਹ ਚਲਾਉਣੀ। ਕਹਿੰਦੇ ਆ ਕਿ ਇੱਕ ਵਾਕਿਆ ਇੱਕ ਦਿਨ ਐਸਾ ਹੋਇਆ ਕਿ ਜਿਵੇਂ ਆ ਬਸੰਤ ਵਗੈਰਾ ਪਤੰਗਬਾਜ਼ੀ, ਵੈਸੇ ਮੈਂ ਤੇ ਇਹਨੂੰ ਨਹੀਂ ਮੰਨਦਾ ਕਿਉਂਕਿ ਪਤੰਗਬਾਜ਼ੀ ਹੈ ਹੀ ਫਜ਼ੂਲ ਚੀਜ਼ ਆ। ਬਹੁਤ ਸਾਰੀਆਂ ਜਾਨਾਂ ਜ਼ਾਇਆ ਹੁੰਦੀਆਂ, ਬਹੁਤ ਸਾਰੇ ਹਾਦਸਾਤ ਹੁੰਦੇ ਆ, ਮੁਲਕ 'ਚ ਬੜੇ ਨੁਕਸਾਨ ਹੁੰਦੇ ਆ।
क्योंकि ਇਹਦੀ ਤੁਸੀਂ ਜਿੰਨੀ ਵੀ ਸੇਫਟੀ ਕਰ ਲਓ ਨਾ, ਇਹ ਸੇਫਟੀ ਹੋ ਨਹੀਂ ਸਕਦੀ ਇਹਦੀ। ਨਾਲੇ ਇਹ ਜਿਹੜਾ ਪਤੰਗਬਾਜ਼ੀ ਹੈ ਨਾ, ਇਹ ਸਾਡਾ ਕੋਈ ਤਿਉਹਾਰ ਨਹੀਂ ਹੈਗਾ, ਇਹ ਹਿੰਦੂਆਨਾ ਤਿਉਹਾਰ ਹੈਗਾ ਕੋਈ, ਇਹ ਉਹ ਜਾਣਨ ਚਾਹੁਣ ਦਾ ਕੰਮ ਜਾਣੇ। ਚਲੋ ਜੀ, ਇਹ ਤੇ ਆਦਤ ਪਈ ਹੈ ਨਾ ਕਿ ਦੁਨੀਆ 'ਚ ਕਿਤੇ ਵੀ ਕੋਈ ਰਸਮ ਚੱਲ ਪਵੇ ਨਾ ਤੇ ਉਹ ਸਾਰੇ ਤੁਰ ਪੈਂਦੇ ਆ। ਬਸੰਤ ਦਾ ਦੌਰ ਸੀ, ਚੱਲ ਰਿਹਾ ਸੀ, ਤੇ ਬਸੰਤ ਦੇ ਮੌਕੇ ਦੇ ਉੱਤੇ ਫਨਕਾਰ ਵੀ ਗੁੱਡੀਆਂ ਛੁੱਡੀਆਂ ਉਡਾਉਂਦੇ ਸੀ ਔਰ ਰੰਗ ਬਰੰਗੇ ਖਾਣੇ ਛਾਣੇ ਵੀ ਤੇ ਸ਼ੂਟਿੰਗਾਂ ਵੀ ਸਭ ਕੁਝ ਕਰਦੇ ਸੀ। ਬੜਾ ਅਰੂਜ ਦਾ ਦੌਰ ਸੀ ਉਹ। ਲੇਕਿਨ ਉਸ ਦੌਰ 'ਚ ਚੰਦ ਸਹਾਫੀ ਜਿਹੜੇ ਸੀ ਨਾ, ਉਹ ਵੀ ਆਏ। ਉਹਨਾਂ ਨੇ ਆ ਕੇ ਇਹ ਗੱਲ ਕੀਤੀ ਕਿ ਕਿਉਂ ਨਾ ਹੋਵੇ ਕਿ ਇਸ ਦੌਰ 'ਚ ਇਸ ਦਿਨ ਦੀ ਮੁਨਾਸਬਤ ਨਾਲ ਨਾ ਜਿਹੜੇ ਵੱਡੇ ਹੀਰੋ ਆ ਨਾ, ਜਿੰਦਾ ਇੱਕ ਨਾਮ ਆ, ਉਹਦੀਆਂ ਤਸਵੀਰਾਂ ਲੈ ਕੇ ਨਾ ਤੇ ਅਖਬਾਰ 'ਚ ਦਈਏ। ਚਲੋ ਲੋਕ ਜਿਹੜੇ ਸੀ ਨਾ ਉਹ ਮਹਿਸੂਸ ਹੋ ਸਕਣ ਕਿ ਬਸੰਤ ਦੇ ਅੰਦਰ ਕਿਹੜੇ ਕਿਹੜੇ ਲੋਕ ਸ਼ਾਮਿਲ ਹੋਏ ਆ। ਲਓ ਜੀ, ਉਹ ਇੱਕ ਫੋਟੋਗ੍ਰਾਫਰ ਸੀ ਕਿਸੇ ਅਖਬਾਰ ਦਾ, ਸ਼ਾਇਦ ਜੰਗ ਨਿਊਜ਼ ਦਾ ਸੀ, ਤੇ ਉਹ ਆਇਆ। ਉਹਨੇ ਆ ਕੇ ਤਸਵੀਰਾਂ ਜਦੋਂ ਆਪਣੀਆਂ ਪੋਜ਼ਮ ਸੈੱਟ ਕਰਵਾਏ ਨਾ, ਤੇ ਸੁਲਤਾਨ ਰਾਹੀ ਵਿਚਾਰਾ ਜਿਹੜਾ ਸੀ ਨਾ, ਐਕਸਟਰਾ ਤੇ ਸੀ ਉਦੋਂ, ਉਹ ਮਿੰਟ ਬਾਅਦ ਜਾਵੇ ਉਹਨੇ ਕਿਹਾ ਸਰ ਮੇਰੀ ਇਹਨਾਂ ਦੇ ਪਿੱਛੇ ਫੋਟੋ ਲਾਜ਼ਮੀ ਲਾਇਓ। ਕਿਉਂ? ਕਿਉਂਕਿ ਵੱਡੇ ਹੀਰੋ ਆ, ਸ਼ਾਇਦ ਮੈਨੂੰ ਵੀ ਕੋਈ ਪਹਿਚਾਣ 'ਚ ਆ ਜਾਵਾਂ। ਉਹਨੇ 2-3 ਦਫਾ ਕਹਿੰਦੇ ਆ ਕਿ ਫੋਟੋਗ੍ਰਾਫਰ ਨੂੰ ਕਿਹਾ ਨਾ, ਉਹ ਜੰਗ ਦੇ ਨੁਮਾਇੰਦੇ ਨੂੰ ਕਿਹਾ, ਤੇ ਯੂਸਫ ਖਾਨ ਦੇਖ ਰਿਹਾ ਸੀ। ਯੂਸਫ ਖਾਨ ਇਹ ਚੀਜ਼ ਬੜੀ ਕੌੜ ਸੀ, ਯਾਰ ਇਹਨੂੰ ਬੜੀ ਜਲਦੀ ਹੈ ਯਾਰ। ਹਾਲਾਂਕਿ ਗੱਲ ਕੋਈ ਨਹੀਂ ਸੀ। ਅਗਰ ਜੇ ਯੂਸਫ ਖਾਨ ਆਪ ਕਹਿ ਦਿੰਦਾ ਕਿ ਆ ਭਈ ਆ ਛੋਟੇ ਭਾਈ ਆ ਜਾ ਯਾਰ, ਸਾਡੇ ਨਾਲ ਖੜਾ, ਤੇ ਕੀ ਫਰਕ ਪੈਣਾ ਸੀ ਯਾਰ। ਵੱਡਾਪਨ ਹੁੰਦਾ ਹੈ, ਕੋਈ ਮਸਲਾ ਤੇ ਪੇਸ਼ ਨਹੀਂ ਆ ਸਕਦਾ। ਲੇਕਿਨ ਨਹੀਂ, ਮੈਂ ਖਾਨ ਸਾਹਿਬ ਨੂੰ ਇਹ ਨਹੀਂ ਕਹਿੰਦਾ ਵੀ ਗਲਤ ਆ, ਲੇਕਿਨ ਖਾਨ ਸਾਹਿਬ ਗੱਲ ਇਹ ਸੀ, ਜਦੋਂ ਕਹਿੰਦੇ ਅਰੂਜ ਹੁੰਦਾ ਨਾ, ਉਦੋਂ ਗਰੂਰ ਵੀ ਲਾਜ਼ਮੀ ਹੁੰਦਾ। ਇਹ ਮਾਮਲਾ ਸੀ। ਲਓ ਜੀ, ਉਹਨੇ ਜਦੋਂ ਦੇਖਿਆ ਨਾ, ਉਹਨੇ ਹੋਰ ਤੇ ਕੁਛ ਨਹੀਂ ਗੱਲ ਕੀਤੀ। ਉਹਨੇ ਕਿਹਾ ਉਹ ਠਹਿਰ, ਇੱਕ ਮਿੰਟ ਠਹਿਰ, ਆ ਜਾ ਵੀ, ਤੂੰ ਪਿੱਛੇ ਤੰਜ਼ਨ, ਤੂੰ ਆ ਜਾ ਵੀ, ਤੂੰ ਖੜਾ ਹੋ ਜਾ, ਖਿੱਚ ਲਾ ਵੀ ਇਹਦੀ ਫੋਟੋ, ਸਾਡੀ ਖੈਰ ਤੂੰ ਇਹਦੇ ਫੋਟੋ ਬਣਾਉਣਾ ਪਹਿਲੇ। ਉਹਨੇ ਉਹਦਾ ਵੀ ਤਰਲਾ ਪਾਇਆ, ਮਿਹਰਬਾਨੀ ਜਨਾਬ ਖਾਨ ਸਾਹਿਬ, ਮਿਹਰਬਾਨੀ। ਚਲੋ, ਉਹ ਚਾਹੁੰਦਾ ਇਹ ਸੀ ਕਿ ਵੱਡਿਆਂ ਹੀਰੋਆਂ ਨਾਲ ਮੇਰੀ ਤਸਵੀਰ ਬਣ ਜਾਏਗੀ ਨਾ, ਯਾਰ ਮੈਂ ਸ਼ਾਇਦ ਕੋਈ ਪਹਿਚਾਣਿਆ ਜਾ ਸਕਾਂ। ਲਓ ਜੀ, ਹੋਇਆ ਇਹ ਕਿ ਤਸਵੀਰਾਂ ਤੇ ਬਣ ਗਈਆਂ, ਸਭ ਕੁਝ ਹੋ ਗਿਆ। ਲੇਕਿਨ ਕਹਿੰਦੇ ਆ ਕਿ ਹਿਸਟਰੀ ਦੱਸਦੀ ਹੈ, ਖਾਨ ਸਾਹਿਬ ਨੇ ਉਹਨੇ ਕਿਹਾ ਯਾਰ ਇਸ ਬੰਦੇ ਦੀ ਤਸਵੀਰ ਸਾਡਾ ਨਾ ਆਵੇ। ਇਹ ਇੱਕ ਐਕਸਟਰਾ ਆਦਮੀ ਆ, ਫਾਈਟਰ, ਐਕਸਟਰਾ ਮਜ਼ਦੂਰ ਆਦਮੀ ਫਿਲਮ ਇੰਡਸਟਰੀ ਦਾ, ਤੇ ਸਾਡੇ ਨਾਲ ਨਾ ਆਵੇ, ਤੇ ਜੇ ਇਹਦੀ ਆਵੇਗੀ ਸਾਡੀ ਤਸਵੀਰ ਨਾ ਲਾਈ। ਹਾਲਾਂਕਿ ਉਹਦੀ ਤੇ ਉਹ ਮਜਬੂਰੀ ਸੀ। ਚਾਹੇ ਨੇ ਕਿਹਾ ਵੱਡਿਆਂ ਹੀਰੋਆਂ ਨਾਲ ਮੇਰੀ ਤਸਵੀਰ ਬਣਾ ਦਿਓ ਯਾਰ, ਕੀ ਫਰਕ ਪੈ ਜਾਣਾ ਸੀ। ਇਹ ਗਰੂਰ ਸੀ, ਇਹ ਉਹ ਗਰੂਰ ਸੀ ਕਿ ਜਿਹੜਾ ਫਿਰ ਸ਼ਾਇਦ ਵਾਲੀ ਗੱਲ ਆ, ਸਾਰੇ ਹੀਰੋਆਂ ਨੂੰ ਜਿਹੜਾ ਸੀ ਨਾ ਉਸ ਵਕਤ ਦੇ ਉਹਨਾਂ ਨੂੰ ਇਹਦੀ ਸਜ਼ਾ ਭੁਗਤਣੀ ਪਈ। ਤੇ ਫਿਰ ਉਸ ਵੇਲੇ ਜਦੋਂ ਕਹਿੰਦੇ ਸੁਲਤਾਨ ਆਈ, ਉਹ ਅਖਬਾਰ ਆਈ, ਲੱਭ ਕੇ ਅੱਜ ਮੇਰਾ ਫੋਟੋ ਆਉਣਾ ਵੱਡੇ ਹੀਰੋਆਂ ਨਾਲ, ਦੇਖਿਆ ਤੇ ਕੋਈ ਫੋਟੋ ਨਹੀਂ ਸੀ ਵਿੱਚ ਹੈਗਾ, ਉਹਨੂੰ ਖਤਮ ਕਰ ਦਿੱਤਾ ਗਿਆ ਸੀ। ਸੁਲਤਾਨ ਕਹਿੰਦੇ ਬਹੁਤ ਦਿਲ ਬਰਦਾਸ਼ਤ ਹੋਇਆ, ਬਹੁਤ ਵਿਚਾਰਾ ਅੰਦਰੂਨੀ ਤੌਰ ਤੇ ਉਹਨੇ ਮਹਿਸੂਸ ਕੀਤਾ ਕਿ ਸ਼ਾਇਦ ਮੈਂ ਇਸ ਕਾਬਲ ਵੀ ਨਹੀਂ ਕਿ ਮੈਂ ਇਹਦੇ ਪਿੱਛੇ ਵੀ ਖੜਾ ਹੋ ਸਕਾਂ। ਬਾਹਰ ਦੌਰ ਚੱਲਿਆ, ਦੌਰ ਬਦਲਿਆ। ਫਿਰ ਜਦੋਂ ਤੁਹਾਨੂੰ ਪਤਾ ਹੀ ਆ, ਬਾਬਲ ਤੋਂ ਬਾਅਦ ਬਸ਼ੀਰੇ ਤੋਂ ਬਾਅਦ ਤੇ ਫਿਰ ਤੁਸੀਂ ਗਿਣ ਹੀ ਨਹੀਂ ਨਾ ਸਕਦੇ ਕਿੱਥੇ ਗਿਆ ਯੂਸਫ ਖਾਨ, ਤੇ ਕਿੱਥੇ ਗਿਆ ਸਦੀਰ, ਤੇ ਕਿੱਥੇ ਗਏ ਅਕਬਰ ਹਸਨ ਸਾਹਿਬ, ਸਭ ਪਿੱਛੇ ਖਤਮ। ਇਹ ਤੇ ਇੱਕ ਹੀ ਨਾਮ ਆ, ਜੇ ਰਾਹੀ ਦਾ ਨਾਮ ਤੇ ਪੋਸਟਰ ਤੇ ਫੋਟੋ ਹੈਗਾ ਤੇ ਠੀਕ ਆ, ਨਹੀਂ ਤੇ ਕੁਛ ਨਹੀਂ ਹੈਗਾ। ਅਰੂਜ ਆਇਆ, ਬਹੁਤ ਅਰੂਜ ਆਇਆ। ਫਿਰ ਇੱਕ ਵਕਤ ਐਸਾ ਆਇਆ ਕਿ ਉਹਦੇ ਤੋਂ ਬਗੈਰ ਸਾਰੇ ਹੀਰੋ ਨਕਾਰਾ ਤੇ ਬੇਕਾਰ ਸੀ। ਲੇਕਿਨ ਸਭ ਤੋਂ ਵੱਡੀ ਬੜਾਈ ਦੀ ਗੱਲ ਹੈਗੀ ਆ ਕਿ ਕਹਿੰਦੇ ਆ ਕਿ ਵੇਖ ਲਓ ਕਿ ਹੀਰੋ ਬਣਨ ਦੇ ਬਾਵਜੂਦ ਵੀ ਸੁਲਤਾਨ ਰਾਏ ਸਾਹਿਬ ਨੇ ਕਦੀ ਨਹੀਂ ਯਾਦ ਕਰਵਾਇਆ ਉਹਨਾਂ ਨੂੰ ਕਿ ਯਾਰ ਤੁਸੀਂ ਉਦੋਂ ਯਾਦ ਕਰੋ ਮੇਰੇ ਨਾਲ ਕੀ ਕੀਤਾ ਸੀ। ਤੇ ਜਦੋਂ ਵੀ ਉਹ ਆਏ ਆ ਨਾ ਸੈੱਟ ਤੇ, ਜਦੋਂ ਵੀ ਮਿਲੇ ਆ, ਉਹਨੇ ਉਹਨੂੰ ਗੋਡਿਆਂ ਨੂੰ ਹੱਥ ਲਾ ਕੇ ਮਿਲਿਆ, ਨਹੀਂ ਤੁਸੀਂ ਮੇਰੇ ਬਜ਼ੁਰਗ। ਇਸ ਤੋਂ ਵੱਡਾਪਨ ਜਿਹੜਾ ਨਾ, ਖਾਸ ਕਰ ਫਿਲਮ ਇੰਡਸਟਰੀ 'ਚ ਤੁਸੀਂ ਤਾਰੀਖ ਲੈ ਕੇ ਵੇਖ ਲਵੋ, ਨਾ ਤੁਸੀਂ ਪਿੱਛੇ ਕੁਝ ਸਾਬਤ ਕਰਵਾ ਸਕਦੇ ਹੋ, ਨਾ ਅੱਗੇ ਕੋਈ ਐਸਾ ਹੈ। ਇਹ ਬਹੁਤ ਵੱਡਾਪਨ ਸੀ ਰਾਹੀ ਸਾਹਿਬ ਦਾ। ਅੱਛਾ ਜਨਾਬ, ਫਿਰ ਇੱਕ ਦਿਨ ਦੌਰ ਐਸਾ ਵੀ ਆਇਆ ਕਿ ਹੈਦਰ ਸੁਲਤਾਨ ਸਾਹਿਬ, ਸੁਲਤਾਨ ਜੀ ਦੇ ਬੇਟੇ, ਉਹ ਦੱਸਦੇ ਆ ਵੀ ਯੂਸਫ, ਉਹ ਠੀਕ ਹੈ ਇੱਕ ਚਿੜ ਸੀ ਇੰਡਸਟਰੀ ਦੇ ਦਰਮਿਆਨ, ਪਰ ਬਜ਼ਾਤੇ ਕੋਲ ਦਿਲੀ ਤੌਰ ਤੇ ਫਿਰ ਬਾਅਦ 'ਚ ਉਹਨੂੰ ਸੁਲਤਾਨ ਜੀ ਨਾਲ ਬੜਾ ਪਿਆਰ ਵੀ ਸੀ।
ਜਦੋਂ ਸੁਲਤਾਨ ਰਾਹੀ ਦੀ ਫੌਤਗੀ ਹੋਈ ਹੈ ਨਾ, ਜਦੋਂ ਕਤਲ ਹੋਇਆ ਵਾ ਤੇ ਡੈਥ ਹੋ ਗਈ ਆ, ਤੇ ਹੈਦਰ ਸੁਲਤਾਨ ਸਾਹਿਬ ਦੱਸਦੇ ਆ ਕਿ ਰਾਹ ਸਾਡੇ ਘਰ ਯੂਸਫ ਖਾਨ ਸਾਹਿਬ ਆਏ ਆ ਤੇ ਸੀੜੀਆਂ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਬਿਲਕ ਬਿਲਕ ਕੇ ਰੋਏ ਨਾ, ਜਿਵੇਂ ਬੱਚੇ ਰੋ ਰਹੇ। ਕਿਸੇ ਨੇ ਪੁੱਛਿਆ ਕਿ ਖਾਨ ਸਾਹਿਬ ਹੌਸਲਾ ਕਰੋ, ਜੋ ਹੋਣਾ ਸੀ ਹੋ ਗਿਆ, ਤੇ ਖੈਰੀ ਤੋਂ ਤਬੀਅਤ ਠੀਕ ਆ। ਤੇ ਉੱਥੇ ਜਿਹੜੇ ਡਾਇਲਾਗ ਬੋਲਿਆ ਨਾ, ਫਿਰ ਦੇਖੋ ਉਦੋਂ ਕੀ ਸੀ ਤੇ ਫਿਰ ਬਾਅਦ ਚ ਕੀ ਸੀ। ਯੂਸਫ ਖਾਨ ਕਹਿੰਦਾ, ਮੈਨੂੰ ਇਹ ਦੱਸੋ, ਮੈਨੂੰ ਗੱਲ ਇਹ ਨਹੀਂ, ਮੇਰੇ ਅੱਲਾ ਦੀ ਮਰਜ਼ੀ ਹੈ ਜੋ ਹੋਇਆ, ਪਰ ਹੁਣ ਸਾਡੀ ਇੱਜ਼ਤ ਰਾਹੀ ਤਰ੍ਹਾਂ ਕੌਣ ਕਰੇਗਾ? ਸਾਡੀ ਕੋਈ ਇੱਜ਼ਤ ਉਸ ਤਰ੍ਹਾਂ ਨਹੀਂ ਕਰ ਸਕਦਾ ਜਿਸ ਤਰ੍ਹਾਂ ਰਾਹੀ ਕਰਦਾ ਸੀ। ਉਹਦੇ ਸਾਨੂੰ ਐਵੇਂ ਸਮਝਦਾ ਸੀ ਜਿਵੇਂ ਪਤਾ ਨਹੀਂ ਅਸੀਂ ਹੀ ਸਾਰਾ ਕੁਝ ਉਹਦੇ ਵਾਸਤੇ ਕਰ ਰਹੇ ਹਾਂ। ਐਸਾ ਇੱਜ਼ਤ ਦੇਣ ਵਾਲਾ ਬੰਦਾ ਹੁਣ ਸਾਨੂੰ ਆਖਰੀ ਦਮ ਤੱਕ ਵੀ ਨਹੀਂ ਮਿਲ ਸਕਦਾ। ਔਰ ਦੱਸਦੇ ਆ ਕਿ ਹੈਦਰ ਸੁਲਤਾਨ ਸਾਹਿਬ ਦੱਸਦੇ ਆ ਕਿ ਰਾਹੀ ਜਦੋਂ ਵੀ ਕਿਤੇ ਸਟੂਡੀਓ, ਕਿਉਂਕਿ ਫਲੋਰ ਵਗੈਰਾ ਮੁਖਤਲਿਫ ਸੈਟਅਪ ਸੀ, ਜਦੋਂ ਆਉਣਾ ਕਿਤੇ ਖਾਨ ਸਾਹਿਬ ਬੈਠੇ ਆ ਨਾ, ਤੇ ਖਾਨ ਸਾਹਿਬ ਨੇ ਇੱਕ ਦਫਾ ਆਵਾਜ਼ ਮਾਰੀ ਕਿ ਰਾਹੀ, ਤੇ ਕਹਿੰਦੇ ਆ ਕਿ ਕੀ ਲਫ਼ਜ਼ ਇਸਤੇਮਾਲ ਕਰਦਾ ਸੀ, ਡੈਡੀ ਮੈਂ ਆ ਰਿਹਾ, ਇੱਕ ਮਿੰਟ ਠਹਿਰੋ ਡੈਡੀ ਮੈਂ ਆ ਰਿਹਾ। ਹੈਦਰ ਸੁਲਤਾਨ ਸਾਹਿਬ ਕਹਿੰਦੇ ਮੈਂ ਨਾਲ ਸੀ। ਕਹਿੰਦੇ ਜਦੋਂ ਗਏ ਆ ਨਾ ਜਾ ਕੇ, ਤੇ ਸਭ ਤੋਂ ਪਹਿਲੇ ਸੁਲਤਾਨ ਰਾਹੀ ਨੇ ਖਾਨ ਸਾਹਿਬ ਯੂਸਫ ਖਾਨ ਦੇ ਗੋਡੇ ਨੂੰ ਹੱਥ ਲਾ ਕੇ ਸਲਾਮ ਕਰਕੇ ਫਿਰ ਕਿਹਾ, ਦੱਸੋ ਜਨਾਬ ਕਿਵੇਂ ਯਾਦ ਕੀਤਾ? ਤੇ ਫਿਰ ਰੋਵੇ ਕਿਉਂ ਨਾ? ਯੂਸਫ ਖਾਨ ਕਿਉਂ ਨਾ ਰੋਂਦਾ? ਕਿਉਂ? ਕਿਉਂਕਿ ਵਾਕਈ ਐਸਾ ਸੁਪਰਸਟਾਰ, ਬਲਕਿ ਸੁਪਰ ਤੋਂ ਡੁਪਰ ਸਟਾਰ, ਫਿਰ ਵੀ ਉਹ ਇੰਨੀ ਇੱਜ਼ਤ, ਇੰਨਾ ਇਹਤਰਾਮ ਨਹੀਂ। ਤੇ ਲੋਕ ਕਹਿੰਦੇ ਜਾ ਕੰਮ ਕਰੀ ਯਾਰ, ਜਦੋਂ ਤੂੰ ਕਦੀ ਹੀਰੋ ਸੀ ਤੂੰ ਮੇਰੀ ਕਿੰਨੀ ਕਰ ਲਈ ਸੀ। ਨਹੀਂ, ਇਸ ਵਾਸਤੇ ਮੈਂ ਕਹਿੰਦਾ ਫਿਲਮੀ ਦਰਵੇਸ਼, ਐਸਾ ਦਰਵੇਸ਼ ਨਾ ਪਹਿਲੇ ਪੈਦਾ ਹੋਇਆ ਇੰਡਸਟਰੀ 'ਚ, ਅੱਗੇ ਤਾਂ ਇੰਡਸਟਰੀ ਹੈ ਨਹੀਂ, ਤੇ ਤਬਾਹ ਹੋ ਚੁੱਕੀ ਹੈ, ਤੇ ਅੱਗੇ ਦਾ ਤਾਂ ਖੈਰ ਹਾਲੇ ਸਮਝ ਹੀ ਨਹੀਂ ਆਇਆ ਵੀ ਕੁਛ ਹੈ ਵੀ ਹੈ ਕਿ ਨਹੀਂ ਹੈ। ਬਹਰਹਾਲ ਤੁਹਾਨੂੰ ਇਹ ਯਕੀਨਨ ਸੁਣ ਕੇ ਮਹਿਸੂਸ ਹੋਇਆ ਹੋਵੇਗਾ ਕਿ ਸੁਲਤਾਨ ਦੀ ਸ਼ਖਸੀਅਤ ਕੈਸੀ ਸੀ, ਐਜ਼ ए एक्टर, एज ए इंसान, एज ए वालिदैन, एज ए दोस्त, एज ए भाई, एज ए कुलीग, कैसा आदमी सी। लो जी, ਇਹ ਛੋਟਾ ਜਿਹਾ ਕਿੱਸਾ ਸੀ। ਤੁਹਾਨੂੰ ਇਹ ਕਿੱਸਾ ਕੈਸਾ ਲੱਗਾ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸਣਾ। ਇਨਸ਼ਾਅੱਲਾ ਅੱਲਾ ਰਹਿਮਤ ਫਰਮਾਏ, ਕਿਸੇ ਨਵੇਂ ਕਿਸੇ ਨਾਲ ਫਿਰ ਹਾਜ਼ਰ ਹੋਵਾਂਗੇ। ਉਨੀ ਦੇਰ ਤੱਕ अस्सलाम वालेकुम।